Hello dear students and welcome you all on this creative online study channel. Today we will read the 7th chapter of English which name is global warming. Global warming ਦਾ ਮਤਲਬ ਕੀ ਹੁੰਦਾ ਹੈ? ਧਰਤੀ ਦੇ ਉੱਪਰ ਤਾਪਮਾਨ ਵਿੱਚ ਵਾਧਾ ਹੋਣਾ। ਧਰਤੀ ਦੇ ਉੱਤੇ ਜਿਹੜਾ ਤਾਪਮਾਨ ਹੈ ਉਸ ਵਿੱਚ ਵਾਧਾ ਹੋਣਾ, ਗਰਮੀ ਦਾ ਵਧਣਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਨੇ ਇਸ ਚੈਪਟਰ ਵਿੱਚ ਨਿਊ ਵਰਡਸ। ਸਭ ਤੋਂ ਪਹਿਲਾ ਵਰਡ ਹੈ ਗਲੋਬਲ। ਗਲੋਬਲ ਦਾ ਮਤਲਬ ਕੀ ਹੁੰਦਾ ਹੈ? ਵਿਸ਼ਵ ਨਾਲ ਸੰਬੰਧਿਤ ਜਾਂ ਵਿਸ਼ਵ ਸੰਬੰਧੀ ਬੋਲ ਸਕਦੇ ਹੋ। ਵਾਰਨਿੰਗ, ਵਾਰਨਿੰਗ ਦਾ ਮਤਲਬ ਕੀ ਹੁੰਦਾ ਹੈ? ਚੇਤਾਵਨੀ, ਕਿਸੇ ਨੂੰ ਵਾਰਨ ਕਰਨਾ। ਠੀਕ ਹੈ, ਕਿਸੇ ਨੂੰ ਚੇਤਾਵਨੀ ਦੇਣਾ। ਠੀਕ ਹੈ। ਵਹੀਕਲਸ, ਵਹੀਕਲਸ ਦਾ ਮਤਲਬ ਹੁੰਦਾ ਹੈ ਵਾਹਨ, ਜਿਸ ਤਰ੍ਹਾਂ ਕਾਰ, ਸਕੂਟਰ, ਮੋਟਰਸਾਈਕਲ, ਬੱਸ, ਸਾਰੇ ਕੀ ਨੇ? ਵਾਹਨ। ਠੀਕ ਹੈ ਜੀ, ਇਹਨੂੰ ਕੀ ਬੋਲਦੇ ਨੇ? ਵਹੀਕਲਸ। ਟਰੈਪ, ਟਰੈਪ ਦਾ ਮਤਲਬ ਹੁੰਦਾ ਹੈ ਜਾਲ। ਸਟਬਲ, ਸਟਬਲ ਦਾ ਮਤਲਬ ਹੁੰਦਾ ਹੈ ਪਰਾਲੀ। ਜਿਹੜਾ ਵੀ ਫਸਲ ਕੱਟਣ ਤੋਂ ਬਾਅਦ ਜਿਹੜਾ ਕਿ ਬਾਅਦ ਵਿੱਚ ਜਿਹੜਾ ਬਚ ਜਾਂਦਾ ਹੈ ਘਾਹ ਫੂਸ ਜਿਹੜਾ ਕੀ ਹੁੰਦਾ ਹੈ ਉਸ ਨੂੰ ਬੋਲਦੇ ਸਟਬਲ, ਮਤਲਬ ਪਰਾਲੀ। ਠੀਕ ਹੈ ਜੀ। ਪੋਲਿਊਸ਼ਨ, ਪੋਲਿਊਸ਼ਨ ਦਾ ਮਤਲਬ ਕੀ ਹੁੰਦਾ ਹੈ? ਪ੍ਰਦੂਸ਼ਣ। ਹਾਰਮਫੁਲ, ਹਾਰਮਫੁਲ ਦਾ ਮਤਲਬ ਹੁੰਦਾ ਹੈ ਹਾਨੀਕਾਰਕ। ਇਰੈਡੀਕੇਟ, ਇਰੈਡੀਕੇਟ ਦਾ ਮਤਲਬ ਹੁੰਦਾ ਹੈ ਖਤਮ ਕਰਨਾ ਜਾਂ ਖਾਤਮਾ ਕਰਨਾ ਕਿਸੇ ਚੀਜ਼ ਦਾ। ਠੀਕ ਹੈ ਜੀ। ਨੈਕਸਟ ਹੈ ਪ੍ਰੀ ਰੀਡਿੰਗ। ਪ੍ਰੀ ਰੀਡਿੰਗ 'ਚ ਸਭ ਤੋਂ ਪਹਿਲਾਂ ਕੁਐਸਚਨ ਪੁੱਛਿਆ ਗਿਆ ਨੇਮ ਦਾ ਪਲੈਨਟ ਔਨ ਵਿਚ ਵੀ ਲਿਵ। ਕਹਿੰਦੇ ਉਸ ਪਲੈਨਟ ਦਾ ਨਾਂ ਦੱਸੋ, ਉਸ ਗ੍ਰਹਿ ਦਾ ਨਾਂ ਦੱਸੋ ਜਿੱਥੇ ਅਸੀਂ ਰਹਿੰਦੇ ਹਾਂ। ਤਾਂ ਆਨਸਰ ਕੀ ਆਏਗਾ ਇਸਦਾ? ਅਰਥ। ਠੀਕ ਹੈ, ਧਰਤੀ ਦੇ ਉੱਪਰ ਰਹਿੰਦੇ ਹਾਂ, ਅਰਥ। ਵੇਅਰ, ਸੈਕਿੰਡ ਹੈ ਵੇਅਰ ਡੂ ਵੀ ਗੈਟ ਆਕਸੀਜਨ ਫਰੋਮ। ਕਹਿੰਦੇ ਸਾਨੂੰ ਆਕਸੀਜਨ ਕਿੱਥੋਂ ਮਿਲਦੀ ਹੈ। ਠੀਕ ਹੈ ਨਾ, ਕਿੱਥੋਂ ਪ੍ਰਾਪਤ ਕਰਦੇ ਹਾਂ ਆਪਾਂ ਆਕਸੀਜਨ? ਕੀ ਲਿਖਾਂਗੇ ਤੇ ਵੀ ਗੈਟ ਆਕਸੀਜਨ ਫਰੋਮ ਦਾ ਟਰੀਜ਼। ਸਾਨੂੰ ਜਿਹੜੇ ਦਰਖਤ ਨੇ ਉਹ ਆਕਸੀਜਨ ਦਿੰਦੇ ਨੇ। ਪਤਾ ਨਾ ਸਭ ਨੂੰ, ਦਰਖਤ ਜਿਹੜੇ ਨੇ ਆਕਸੀਜਨ ਛੱਡਦੇ ਨੇ ਤੇ ਕਾਰਬਨ ਡਾਈਆਕਸਾਈਡ ਲੈਂਦੇ ਨੇ, ਔਰ ਆਕਸੀਜਨ ਮਨੁੱਖ ਲਈ ਜਿੰਦਾ ਰਹਿਣ ਲਈ ਸਭ ਤੋਂ ਜ਼ਰੂਰੀ ਜਿਹੜੀ ਗੈਸ ਹੈ। ਨੈਕਸਟ ਕੁਐਸਚਨ ਹੈ what will happen if all the trees are cut। ਕਹਿੰਦੇ ਕੀ ਹੋਵੇਗਾ ਜੇਕਰ ਸਾਰੇ ਹੀ ਜਿਹੜੇ ਟਰੀਜ਼ ਨੇ, ਜਿਹੜੇ ਸਾਰੇ ਦਰਖਤ ਨੇ ਉਹ ਕੱਟ ਦਿੱਤੇ ਜਾਣਗੇ, ਕੋਈ ਦਰਖਤ ਨਾ ਹੋਵੇ ਤਾਂ ਕੀ ਹੋਏਗਾ? ਕੀ ਹੋਏਗਾ? ਜਿਹੜੀ ਲਾਈਫ ਆ ਸੰਭਵ ਹੈ, ਜਿਹੜਾ ਲਾਈਫ ਹੈ, ਜ਼ਿੰਦਗੀ ਉਹ ਖਤਮ ਹੀ ਹੋ ਜਾਏਗੀ। ਤਾਂ ਆਨਸਰ ਕੀ ਲਿਖਾਂਗੇ? ਲਾਈਫ ਔਨ ਅਰਥ ਵਿਲ ਕਮ ਟੂ ਐਨ ਐਂਡ। ਠੀਕ ਹੈ, ਲਾਈਫ ਜਿਹੜੀ ਹੈ, ਜ਼ਿੰਦਗੀ ਹੈ, ਉਹ ਧਰਤੀ ਤੇ ਜਿਹੜਾ ਜ਼ਿੰਦਗੀ ਹੈ ਉਹ ਖਤਮ ਹੋ ਜਾਏਗੀ। ਠੀਕ ਹੈ, ਜੀਵਨ ਹੈ ਖਤਮ ਹੋ ਜਾਏਗਾ। ਅੱਗੇ ਹੈ ਲੈਸਨ ਰੀਡ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਦਿੱਤਾ ਗਿਆ? ਇੱਕ ਗਲੋਬਲ ਵਾਰਮਿੰਗ ਨਾਲ ਰਿਲੇਟਡ ਇੱਕ ਪਿਕਚਰ ਹੈ। ਸੇਵ ਮੀ ਆਈ ਵਿਲ ਸੇਵ ਯੂ। ਕਹਿੰਦੇ ਤੁਸੀਂ ਸੇਵ ਕਰੋ ਮੈਨੂੰ। ਕੀ ਲਿਖਿਆ ਗਿਆ ਇੱਥੇ? ਸੇਵ ਮੀ ਆਈ ਵਿਲ ਸੇਵ ਯੂ। ਕਹਿੰਦੇ ਤੁਸੀਂ ਮੈਨੂੰ, ਜਿਹੜੀ ਪ੍ਰਿਥਵੀ ਹੈ, ਧਰਤੀ ਹੈ, ਉਹ ਕਹਿ ਰਹੀ ਹੈ ਕਿ ਤੁਸੀਂ ਮੈਨੂੰ ਸੇਵ ਕਰੋ ਤਾਂ ਮੈਂ ਤੁਹਾਨੂੰ ਸੇਵ ਕਰਾਂਗੀ। ਠੀਕ ਹੈ ਜੀ। ਹਾਂਜੀ, ਪਹਿਲਾ ਪੈਰਾ ਹੈ ਦੇਖੋ। ਕਟਿੰਗ ਆਫ ਟਰੀਜ਼ ਇਜ਼ ਗਿਵਿੰਗ ਅਸ ਅ ਵਾਰਨਿੰਗ that there is an increase in global warming। ਸਭ ਤੋਂ ਪਹਿਲੀ ਲਾਈਨ 'ਚ ਕੀ ਕਹਿੰਦਾ? cutting of trees is giving us a warning। ਠੀਕ ਹੈ, ਜਿਹੜਾ ਵਾਰਨਿੰਗ ਦੇ ਰਿਹਾ ਹੈ, ਜਿਹੜਾ ਕਟਿੰਗ ਲਗਾਤਾਰ ਜਿਹੜੇ ਆਪਾਂ ਦਰਖਤ ਕੱਟੀ ਜਾ ਰਹੇ ਹਾਂ, ਰੁੱਖ ਕੱਟ ਰਹੇ ਹਾਂ, ਇਹ ਸਾਨੂੰ ਵਾਰਨਿੰਗ ਦੇ ਰਿਹਾ that there is an increase in global warming। ਇਹ ਕਿਸ ਇਨਕਰੀਜ਼ ਦਾ ਮਤਲਬ ਕੀ ਹੁੰਦਾ ਹੈ? ਇਨਕਰੀਜ਼ ਦਾ ਹੁੰਦਾ ਮਤਲਬ ਵਧਾਉਣਾ, ਕਿਸੇ ਚੀਜ਼ 'ਚ ਵਾਧਾ ਕਰਨਾ। ਗਲੋਬਲ ਵਾਰਮਿੰਗ ਦਾ ਮਤਲਬ ਹੁੰਦਾ ਧਰਤੀ ਉੱਤੇ ਗਰਮੀ ਜਾਂ ਤਾਪਮਾਨ ਵਿੱਚ ਵਾਧਾ ਕਰਨਾ। ਠੀਕ ਹੈ, ਕਟਿੰਗ ਆਫ ਟਰੀ ਸਾਨੂੰ ਜਿਹੜਾ ਦਰਖਤ ਦਾ ਕੱਟਣਾ ਸਾਨੂੰ ਇੱਕ ਵਾਰਨਿੰਗ ਦੇ ਰਿਹਾ ਕਿ ਇਹ ਕੀ ਕਰ ਰਿਹਾ ਹੈ? ਇਹ ਪ੍ਰਿਥਵੀ ਉੱਪਰ ਤਾਪਮਾਨ ਵਿੱਚ ਵਾਧਾ ਕਰ ਰਿਹਾ ਹੈ। ਠੀਕ ਹੈ। it is increasing day by day, we all are aware, to control it we really don't care। ਠੀਕ ਹੈ, ਇਟਸ ਇਨਕਰੀਜ਼ਿੰਗ ਡੇ ਬਾਈ ਡੇ। ਠੀਕ ਹੈ, ਮਤਲਬ ਇਨਕਰੀਜ਼ਿੰਗ ਦਾ ਮਤਲਬ ਕੀ ਹੁੰਦਾ? ਵਾਧਾ ਹੋ ਰਿਹਾ ਹੈ। ਠੀਕ ਹੈ, ਗਲੋਬਲ ਵਾਰਮਿੰਗ ਜਿਹੜੀ ਹੈ, ਠੀਕ ਹੈ ਨਾ, ਜਿਹੜਾ ਪ੍ਰਿਥਵੀ ਦੇ ਉੱਪਰ ਜਿਹੜਾ ਤਾਪਮਾਨ ਹੈ ਉਹ ਲਗਾਤਾਰ ਵੱਧ ਰਿਹਾ, ਦਿਨ ਬ ਦਿਨ ਹੋਰ ਵੀ ਵੱਧਦਾ ਜਾ ਰਿਹਾ ਹੈ। ਵੀ ਆਲ ਆਰ ਅਵੇਅਰ। ਅਵੇਅਰ ਦਾ ਮਤਲਬ ਕੀ ਹੁੰਦਾ? ਜਾਗਰੂਕ। ਅਸੀਂ ਸਾਰੇ ਜਾਗਰੂਕ ਹਾਂ, ਸਾਨੂੰ ਪਤਾ ਹੈ ਕਿ ਦਰਖਤ ਕੱਟਣ ਨਾਲ, ਰੁੱਖ ਕੱਟਣ ਦੇ ਨਾਲ ਜਿਹੜਾ ਧਰਤੀ ਤੇ ਤਾਪਮਾਨ ਵੱਧ ਰਿਹਾ ਹੈ। ਠੀਕ ਹੈ ਜੀ। ਟੂ ਕੰਟਰੋਲ ਇਟ ਵੀ ਰੀਅਲੀ ਡੋਂਟ ਕੇਅਰ। ਅਸੀਂ ਇਸ ਨੂੰ ਕੋਈ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਕਿਸੇ ਨੂੰ ਵੀ ਇਸ ਗੱਲ ਦੀ ਪਰਵਾਹ ਨਹੀਂ। ਡੋਂਟ ਕੇਅਰ ਦਾ ਮਤਲਬ ਪਰਵਾਹ ਨਾ ਹੋਣਾ। ਠੀਕ ਹੈ, ਇਸ ਨੂੰ ਰੋਕਣ ਦੀ, ਠੀਕ ਹੈ, ਜਿਹੜਾ ਪ੍ਰਿਥਵੀ ਦਾ ਤਾਪਮਾਨ ਵੱਧ ਰਿਹਾ ਹੈ ਇਸ ਨੂੰ ਰੋਕਣ ਦੀ ਕਿਸੇ ਕੋਈ ਵੀ ਕੇਅਰ ਨਹੀਂ ਕਰ ਰਿਹਾ, ਕੋਈ ਵੀ ਪਰਵਾਹ ਨਹੀਂ ਕਰ ਰਿਹਾ। ਨੈਕਸਟ ਪੈਰਾ ਹੈ the burning of stubble is doing pollution and we have not still found any solution। burning ਹੁੰਦਾ ਜਲਣਾ, ਠੀਕ ਹੈ,
ਸਟੱਬਲ ਹੁੰਦਾ ਪਰਾਲੀ, ਜਿਹੜੀ ਫਸਲ ਕੱਟਣ ਤੋਂ ਬਾਅਦ, ਜਿਵੇਂ ਆਪਾਂ ਵਰਡ ਨਿਊ ਵਰਡਸ ਵਿੱਚ ਪੜ੍ਹਿਆ ਨਾ ਸਟੱਬਲ, ਸਟੱਬਲ ਦਾ ਮਤਲਬ ਹੁੰਦਾ ਜੋ ਫਸਲ ਕੱਟਣ ਤੋਂ ਬਾਅਦ ਜਿਹੜਾ ਸੁੱਕਾ ਜਿਹਾ ਰਹਿ ਜਾਂਦਾ ਹੈ, ਠੀਕ ਹੈ ਨਾ, ਉਸ ਨੂੰ ਕੀ ਬੋਲਦੇ ਪਰਾਲੀ, ਠੀਕ ਹੈ। ਬਰਨਿੰਗ ਆਫ ਸਟੱਬਲ, ਜਿਹੜਾ ਪਰਾਲੀ ਨੂੰ ਜਦੋਂ ਜਲਾਉਂਦੇ ਆ ਤਾਂ ਇਹ ਕਾਹਦਾ ਕਾਰਨ ਬਣਦਾ, ਇੱਕ ਪੋਲਿਊਸ਼ਨ ਦਾ ਕਾਰਨ ਬਣਦਾ, ਠੀਕ ਹੈ। ਇਹ ਵੀ ਪੋਲਿਊਸ਼ਨ ਦਾ ਇੱਕ ਕਾਰਨ ਹੈ, ਪੋਲਿਊਸ਼ਨ ਹੋਰ ਵੀ ਬਹੁਤ ਸਾਰੇ ਕਾਰਨਾਂ ਕਰਕੇ ਹੁੰਦਾ, ਉਹਦੇ ਵਿੱਚ ਜਿਹੜਾ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਸਟੱਬਲ ਪਰਾਲੀ ਨੂੰ ਜਲਾਉਣ ਨਾਲ ਕੀ ਹੁੰਦਾ, ਏਅਰ ਪੋਲਿਊਸ਼ਨ ਹੁੰਦਾ। ਐਂਡ ਵੀ ਹੈਵ ਨਾਟ ਸਟਿਲ ਫਾਊਂਡ ਐਨੀ ਸੋਲਿਊਸ਼ਨ, ਅਤੇ ਅਸੀਂ ਇਸ ਦਾ ਕੋਈ ਵੀ ਸੋਲਿਊਸ਼ਨ ਨਹੀਂ ਲੱਭ ਰਹੇ, ਕਿਉਂਕਿ ਜਿਹੜੇ ਪਰਾਲੀ ਨੂੰ ਜਲਾਉਣ ਤੋਂ ਬਾਅਦ ਅਗਲੀ ਫਸਲ ਦੀ ਵੀ ਤਿਆਰੀ ਕਰਨੀ ਹੈ, ਠੀਕ ਹੈ। ਸਭ ਨੂੰ ਪਤਾ ਹੈ ਕਿ ਪਰਾਲੀ ਨੂੰ ਜਲਾਉਣ ਦੇ ਨਾਲ ਕੀ ਹੁੰਦਾ ਹੈ, ਪੋਲਿਊਸ਼ਨ ਹੁੰਦਾ ਹੈ, ਬਟ ਅਸੀਂ ਕੋਈ ਵੀ ਇਸ ਦਾ ਸੋਲਿਊਸ਼ਨ ਨਹੀਂ ਲੱਭ ਰਹੇ, ਕੋਈ ਵੀ ਇਸ ਨੂੰ ਰੋਕਥਾਮ ਲਈ, ਮਤਲਬ ਇਸ ਦਾ ਕੋਈ ਹੋਰ ਅਲਟਰਨੇਟਿਵ ਲੱਭ ਲਿਆ ਜਾਵੇ ਤਾਂ ਕਿ ਇਸ ਨੂੰ ਪਰਾਲੀ ਨੂੰ ਜਲਾਉਣਾ ਵੀ ਨਾ ਪਵੇ ਤੇ ਜਿਹੜੇ ਕਿਸਾਨਾਂ ਦੀ ਜਿਹੜੀ ਪ੍ਰੋਬਲਮ ਆ ਉਹ ਵੀ ਸੋਲਵ ਹੋ ਜਾਏ, ਇਸ ਲਈ ਕੋਈ ਸੋਲਿਊਸ਼ਨ ਨਹੀਂ ਲੱਭ। Use of vehicles is increasing day by day, out of which harmful emissions are finding way, ठीक है। ਵਹੀਕਲ ਜੀ, ਵਹੀਕਲਸ ਕੀ ਹੁੰਦਾ, ਵਾਹਨ, ਜਿਸ ਤਰ੍ਹਾਂ ਆਪਕੋ ਕਾਰ, ਮੋਟਰ, ਸਕੂਟਰ, ਸਾਰੀ ਇਹ ਚੀਜ਼ ਜਿਹੜੀ ਕੀ ਨੇ ਵਹੀਕਲਸ। ਯੂਜ਼ ਆਫ ਵਹੀਕਲਸ ਮਤਲਬ ਵਹੀਕਲਸ ਦੀ ਵਰਤੋਂ, ਇਜ਼ ਇਨਕਰੀਜ਼ਿੰਗ, ਇਨਕਰੀਜ਼ਿੰਗ ਮਤਲਬ ਵੱਧ ਰਹੀ ਹੈ, ਠੀਕ ਹੈ। ਡੇ ਬਾਈ ਡੇ, ਦਿਨ ਬ ਦਿਨ ਜਿਹੜੀ ਵਾਹਨਾਂ ਦੀ ਜਿਹੜੀ ਵਰਤੋਂ ਹੈ, ਵਹੀਕਲਸ ਦੀ ਜਿਹੜੀ ਯੂਜ਼ ਹੋ ਰਿਹਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ, ਠੀਕ ਹੈ। ਜਿੱਥੇ ਇਹਨਾਂ ਦੇ ਆਪਾਂ ਨੂੰ ਫਾਇਦੇ ਆ, ਜਿਹੜੇ ਘੰਟਿਆਂ ਦੀ ਦੂਰੀ ਮਿੰਟਾਂ ਵਿੱਚ ਹੋ ਰਹੀ ਆ, ਇਸ ਦੇ ਨਾਲ ਨਾਲ ਆਪਾਂ ਨੂੰ ਇਹ ਨੁਕਸਾਨ ਹੈ ਕਿ ਇਸ ਵਿੱਚ ਲਗਾਤਾਰ ਵਾਧਾ ਹੋਣ ਨਾਲ ਜਿਹੜੀਆਂ ਇਹਨਾਂ ਵਿੱਚੋਂ ਗੈਸਾਂ ਨਿਕਲਦੀਆਂ ਨੇ, ਠੀਕ ਹੈ, ਜਿਹੜਾ ਇਹਨਾਂ ਦਾ ਧੂੰਆਂ ਖਤਰਨਾਕ ਨਿਕਲਦਾ ਹੈ, ਉਹ ਏਅਰ ਪੋਲਿਊਸ਼ਨ ਦਾ ਵੀ ਕਾਰਨ ਬਣਦਾ ਹੈ। ਜੇ ਜ਼ਿਆਦਾ ਮਾਤਰਾ ਵਿੱਚ ਇਹ ਇੱਕ ਹੋਣਗੇ ਤਾਂ ਏਅਰ ਪੋਲਿਊਸ਼ਨ ਜ਼ਿਆਦਾ ਹੋਏਗਾ। ਆਊਟ ਆਫ ਵਿਚ, ਆਊਟ ਆਫ ਵਿਚ ਦਾ ਮਤਲਬ ਇਹਨਾਂ ਦੇ ਵਿੱਚੋਂ ਹਾਰਮਫੁਲ ਐਮਿਸ਼ਨਸ, ਹਾਰਮਫੁਲ ਹਾਨੀਕਾਰਕ ਐਮਿਸ਼ਨਸ ਹੁੰਦਾ ਬਾਹਰ ਨਿਕਲਣਾ, ਜਾਂ ਕਹਿ ਸਕਦੇ ਹੋ ਨਿਕਾਸ, ਠੀਕ ਹੈ। ਆਰ ਫਾਈਂਡਿੰਗ ਵੇ, ਫਾਈਂਡ ਹੁੰਦਾ ਲੱਭਣਾ, ਵੇ ਮਤਲਬ ਰਸਤਾ, ਠੀਕ ਹੈ। ਜਿਹੜੇ ਇਹਨਾਂ ਦੇ ਵਿੱਚੋਂ, ਇਹਨਾਂ ਵਹੀਕਲਸ ਦੇ ਵਿੱਚੋਂ ਜਿਹੜੇ ਹਾਨੀਕਾਰਕ ਜਿਹੜਾ ਧੂੰਆਂ ਵਰਗੇ ਪਦਾਰਥ ਨੇ ਉਹ ਆਪਣਾ ਰਸਤਾ ਲੱਭ ਲੈਂਦੇ ਨੇ ਬਾਹਰ ਨਿਕਲਣ ਲਈ, ਠੀਕ ਹੈ ਜੀ। ਇਸ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਇਹਨਾਂ ਦੀ ਯੂਜ਼ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਹਾਈ ਯੂਜ਼ ਆਫ ਫਰਟੀਲਾਈਜ਼ਰ, high use of fertilizer has raised earth's temperature, which is indeed a threat of mother nature. ਹਾਈ ਯੂਜ਼ ਆਫ ਫਰਟੀਲਾਈਜ਼ਰ ਦਾ ਮਤਲਬ ਕੀ ਹੁੰਦਾ ਹੈ, ਖਾਦ, ਜਿਹੜੀਆਂ ਰਸਾਇਣਿਕ ਖਾਦ, ਕੈਮੀਕਲਸ ਨਾਲ ਜਿਹੜੀਆਂ ਖਾਦਾਂ ਬਣਦੀਆਂ ਨੇ। ਇੱਕ ਹੁੰਦਾ ਰੂੜੀ ਖਾਦ ਜਿਹੜੀ ਕਿ ਗੋਬਰ ਦੇ ਨਾਲ, ਠੀਕ ਹੈ, ਜਿਹੜੀ ਕਿ ਬਣਦੀ ਹੈ। ਪਰ ਫਰਟੀਲਾਈਜ਼ਰ ਦਾ ਮਤਲਬ ਕੀ ਹੁੰਦਾ, ਜਿਹੜੀਆਂ ਕਿ ਕੈਮੀਕਲਸ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਖਾਦਾਂ, ਤਾਂ ਕਿ ਜਿਹੜੀ ਪੈਦਾਵਾਰ ਉਹ ਵਧਾ ਦਿੱਤੀ ਜਾਵੇ। ਜਦੋਂ ਇਹਨਾਂ ਦੀ ਮਾਤਰਾ, ਠੀਕ ਹੈ, ਇਹਨਾਂ ਦਾ ਯੂਜ਼ ਜ਼ਿਆਦਾ ਹੋ ਜਾਂਦਾ ਹੈ, ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਹੀ ਹੈਜ਼ ਰੇਜ਼ਡ ਦਾ ਮਤਲਬ ਕੀ ਹੁੰਦਾ, ਵਧਾ ਦਿੰਦੀ ਹੈ ਅਰਥ ਟੈਂਪਰੇਚਰ, ਠੀਕ ਹੈ। ਅਰਥ ਦੇ ਟੈਂਪਰੇਚਰ, ਅਰਥ ਦੇ ਜਿਹੜੇ ਧਰਤੀ ਦੇ ਤਾਪਮਾਨ ਨੂੰ, ਜਿਹੜੀ ਹਾਈ ਯੂਜ਼ ਆਫ ਫਰਟੀਲਾਈਜ਼ਰ, ਠੀਕ ਹੈ, ਰਸਾਇਣਿਕ ਖਾਦਾਂ ਦਾ, ਕੈਮੀਕਲ ਨਾਲ ਜਿਹੜੀਆਂ ਵਾਲੀਆਂ ਖਾਦਾਂ ਦਾ ਯੂਜ਼ ਕਰਨ ਦੇ ਨਾਲ ਇਹ ਵੀ ਕੀ ਕਾਰਨ ਬਣਦੀ ਹੈ, ਇੱਕ ਧਰਤੀ ਦੇ ਤਾਪਮਾਨ ਨੂੰ ਵਧਾਉਣ ਦਾ ਕਾਰਨ ਬਣਦੀ ਹੈ। ਵਿਚ ਇਜ਼ ਇੰਡੀਡ, ਇਹ ਕੀ ਹੈ, ਇਸ ਇੰਡੀਡ ਦਾ ਮਤਲਬ ਸੱਚਮੁੱਚ, ਠੀਕ ਹੈ ਨਾ, ਸੱਚਮੁੱਚ ਹੀ ਕੀ ਹੈ, ਇਹ ਅ ਥ੍ਰੈਟ ਟੂ ਦਾ ਮਦਰ ਨੇਚਰ, ਠੀਕ ਹੈ। ਥ੍ਰੈਟ ਹੁੰਦਾ, ਥ੍ਰੈਟ ਦਾ ਮਤਲਬ ਕੀ ਹੁੰਦਾ, ਖਤਰਾ। ਮਦਰ ਨੇਚਰ ਮਤਲਬ ਜਿਹੜਾ ਪ੍ਰਿਥਵੀ ਦਾ ਜਿਹੜਾ ਅਸਲੀ ਜਿਹੜਾ ਨੇਚਰ ਸੀ, ਠੀਕ ਹੈ ਨਾ, ਮਦਰ ਨੇਚਰ ਕਿਹਾ ਗਿਆ ਇਸ ਨੂੰ। ਜਿਹੜਾ ਪ੍ਰਿਥਵੀ ਦਾ ਜਿਹੜਾ ਅਸਲੀ ਨੇਚਰ ਹੈ, ਇੱਕ ਉਪਜਾਊਪਣ ਹੈ, ਉਹ ਇੱਕ ਤਰ੍ਹਾਂ ਨਾਲ ਖਤਮ ਹੋ ਰਿਹਾ ਹੈ, ਠੀਕ ਹੈ। ਇਹ ਕੀ ਹੈ, ਇਹ ਸੱਚਮੁੱਚ ਹੀ ਸਾਡੇ ਲਈ ਇੱਕ ਖਤਰਾ ਹੈ, ਠੀਕ ਹੈ, ਇੱਕ ਧਰਤੀ ਦੇ ਨੇਚਰ ਦੇ ਲਈ ਇੱਕ ਖਤਰਾ ਹੈ, ਠੀਕ ਹੈ, ਕੁਦਰਤ ਦੇ ਲਈ ਇੱਕ ਖਤਰਾ ਹੈ, ਠੀਕ ਹੈ ਜੀ। ਆਰ ਲਾਈਫ ਵਿਲ ਸੂਨ ਬਿਕਮ ਅ ਡ੍ਰੈਡਫੁਲ ਹੈਲ and on this planet it will be difficult to dwell. Our life will soon ਮਤਲਬ ਸਾਡੀ ਜਿਹੜੀ ਲਾਈਫ ਹੈ ਜਲਦੀ ਹੀ ਹੋ ਜਾਵੇਗੀ। ਕਿੱਦਾਂ ਦੀ ਹੋ ਜਾਵੇਗੀ, become a dreadful hell, ਇੱਕ ਭਿਆਨਕ ਕੀ ਬਣ ਜਾਏਗੀ, ਹੈਲ ਮਤਲਬ ਨਰਕ, ਇੱਕ ਭਿਆਨਕ ਨਰਕ ਦੀ ਤਰ੍ਹਾਂ ਸਾਡੀ ਜੀ ਲਾਈਫ ਜਲਦੀ ਹੀ ਬਣ ਜਾਏਗੀ ਜੇਕਰ ਅਸੀਂ ਰੁੱਖਾਂ ਨੂੰ ਕੱਟਦੇ ਰਹੀਏ। ਜਿਵੇਂ ਕਿ ਬਾਕੀ ਇਹਨਾਂ ਨੇ ਕਾਰਨ ਦੱਸੇ ਆ ਪੋਲਿਊਸ਼ਨ ਦੇ, ਜਿਵੇਂ ਪਰਾਲੀ ਨੂੰ ਜਲਾ ਰਹੇ ਹਾਂ, ਵਹੀਕਲਸ ਦਾ ਯੂਜ਼ ਕਰ ਰਹੇ ਹਾਂ, ਰਸਾਇਣਿਕ ਖਾਦਾਂ ਦੇ ਜਿਹੜਾ ਫਰਟੀਲਾਈਜ਼ਰ ਦਾ ਜ਼ਿਆਦਾ ਯੂਜ਼ ਕਰ ਰਹੇ ਹਾਂ। ਇਸ ਨਾਲ ਕੀ ਹੁੰਦਾ, ਜਿਹੜਾ ਮਦਰ ਨੇਚਰ ਹੈ ਉਹਦੇ ਲਈ ਇੱਕ ਖਤਰਾ ਹੈ, ਇੱਕ ਜਿਹੜਾ ਕੁਦਰਤ ਦੀ ਜਿਹੜੀ ਹੋਂਦ ਹੈ ਉਸ ਲਈ ਇੱਕ ਖਤਰਾ ਹੈ। ਇਸ ਨਾਲ ਕੀ ਹੋ ਜਾਏਗਾ, ਸਾਡੀ ਜਿਹੜੀ ਲਾਈਫ ਹੈ ਵਿਲ ਸੂਨ ਜਲਦੀ ਹੀ ਹੋ ਜਾਵੇਗੀ। ਕਿੱਦਾਂ ਦੀ ਹੋ ਜਾਏਗੀ, ਬਿਕਮ ਅ ਡ੍ਰੈਡਫੁਲ ਹੈਲ, ਇੱਕ ਭਿਆਨਕ ਨਰਕ ਦੀ ਤਰ੍ਹਾਂ ਬਣ ਜਾਏਗੀ। ਐਂਡ ਔਨ ਦਿਸ ਪਲੈਨਟ, ਔਰ ਇਸ ਗ੍ਰਹਿ ਉੱਤੇ, ਇਸ ਧਰਤੀ ਉੱਤੇ, ਇਟ ਵਿਲ ਬੀ ਡਿਫਿਕਲਟ ਟੂ ਡਵੈਲ, ਠੀਕ ਹੈ। ਡਵੈਲ ਦਾ ਮਤਲਬ ਕੀ ਹੁੰਦਾ ਹੈ, ਵਸਣਾ, ਇਸ ਧਰਤੀ ਉੱਤੇ ਵਸਣਾ
ਔਖਾ ਹੋ ਜਾਏਗਾ, ਮੁਸ਼ਕਿਲ ਹੋ ਜਾਏਗਾ। ਠੀਕ ਹੈ, ਡਿਫਿਕਲਟ ਹੁੰਦਾ ਮੁਸ਼ਕਿਲ। ਠੀਕ ਹੈ, ਇਸ ਧਰਤੀ ਉੱਤੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਨਾਓ ਵੀ ਸ਼ੁੱਡ ਫਾਈਂਡ ਸੋਲਿਊਸ਼ਨ ਫॉर ਗਲੋਬਲ ਵਾਰਮਿੰਗ। ਠੀਕ ਹੈ, ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਇੰਨਾ ਕੁਝ ਹੋਣ ਤੋਂ ਬਾਅਦ ਪਤਾ ਲੱਗ ਚੁੱਕਿਆ ਸਾਨੂੰ ਵੀ ਗਲੋਬਲ ਵਾਰਮਿੰਗ ਦੇ ਨਾਲ ਸਾਡੀ ਹੀ ਲਾਈਫ ਜਿਹੜੀ ਇੱਕ ਨਰਕ ਦੀ ਤਰ੍ਹਾਂ ਬਣ ਜਾਵੇਗੀ, ਸਾਨੂੰ ਰਹਿਣਾ ਮੁਸ਼ਕਿਲ ਹੋ ਜਾਏਗਾ। ਤਾਂ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? ਵੀ ਸ਼ੁੱਡ ਫਾਈਂਡ ਸੋਲਿਊਸ਼ਨ ਫॉर ਗਲੋਬਲ ਵਾਰਮਿੰਗ। ਠੀਕ ਹੈ, ਗਲੋਬਲ ਵਾਰਮਿੰਗ, ਸਾਨੂੰ ਇਸ ਪ੍ਰਿਥਵੀ ਦਾ ਜਿਹੜਾ ਤਾਪਮਾਨ ਹੈ ਇਸ ਨੂੰ ਘੱਟ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਲਈ ਹੱਲ ਲੱਭਣਾ ਚਾਹੀਦਾ ਕਿ ਕਿਸ ਤਰ੍ਹਾਂ ਇਸ ਨੂੰ ਘੱਟ ਕੀਤਾ ਜਾ ਸਕੇ। ਟੂ ਮੇਕ ਅਰਥ ਵਰਥ ਲਿਵਿੰਗ। ਟੂ ਮੇਕ ਅਰਥ, ਟੂ ਮੇਕ ਮਤਲਬ ਬਣਾਉਣਾ, ਅਰਥ ਮਤਲਬ ਧਰਤੀ, ਵਰਥ ਲਿਵਿੰਗ ਹੁੰਦਾ ਇਸ ਧਰਤੀ ਨੂੰ ਰਹਿਣ ਯੋਗ ਬਣਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਸੋਲਿਊਸ਼ਨ ਲੱਭਣਾ ਚਾਹੀਦਾ, ਸਾਨੂੰ ਇਸ ਦਾ ਹੱਲ ਲੱਭਣਾ ਚਾਹੀਦਾ ਹੈ। ਫॉर ਜਨਰੇਸ਼ਨਸ ਕਮਿੰਗ, ਇਸ ਤੋਂ ਇਲਾਵਾ ਅਗਲੀਆਂ ਪੀੜ੍ਹੀਆਂ ਦੇ ਆਉਣ ਦੇ ਲਈ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਪ੍ਰਿਥਵੀ ਨੂੰ ਰਹਿਣ ਯੋਗ ਅਤੇ ਦੂਸਰੀਆਂ ਜਨਰੇਸ਼ਨਸ ਲਈ ਕੀ ਕਰਨਾ ਚਾਹੀਦਾ? ਸੋਲਿਊਸ਼ਨ ਲੱਭਣਾ ਚਾਹੀਦਾ ਹੈ। ਠੀਕ ਹੈ ਜੀ, ਇੱਥੇ ਜਿਹੜਾ ਬੱਚੇ ਤੁਹਾਡਾ ਲੈਸਨ ਹੈ ਇਹ ਕੰਪਲੀਟ ਹੁੰਦਾ ਹੈ। ਅੱਗੇ ਦੇ ਵਰਡ ਮੀਨਿੰਗ ਦਿੱਤੇ ਗਏ ਨੇ, ਉਹ ਤੁਸੀਂ ਪੜ੍ਹ ਲੈਣੇ ਨੇ। ਉਮੀਦ ਕਰਦੀ ਹਾਂ ਤੁਹਾਨੂੰ